बिस्मिल्लाहिर्रहमानिर्रहीम। अस्सलाम वालेकुम नाजरीन, तमाम दोस्तों अहबाब को फार्मिंग टिप्स यूट्यूब चैनल में खुशामदीद। दोस्तों इस वक्त ज़बरदस्त छोटे से भैंसों के फार्म पर मौजूद हूँ। माशाल्लाह ये नया स्टार्ट होने वाला फार्म है। इस जगह पहले पोल्ट्री फार्म था, इन्होंने पोल्ट्री फार्म को ख़त्म करके भैंसों का कारोबार शुरू कर दिया है। इस फार्म के जो ओनर हैं उन्होंने 2 साल कबल सिर्फ और सिर्फ 6 भैंसों से ये काम शुरू किया है। तो ये वीडियो खास तौर पर उन भाइयों के लिए है जो भैंसों का कारोबार करना चाहते हैं। आज की इस वीडियो में इस फार्म के ओनर से मालूम किया जाएगा कि भैंसों की खरीदारी कहां से की जाती है, अच्छी भैंसों की क्या खूबियां हैं, इनको क्या खिलाते पिलाते हैं, बीमारियों के क्या इलाज करते हैं, तो इनको क्या नफ़ा क्या नुकसान हो रहा है। जो भाई ये कारोबार शुरू करना चाहते हैं उनके लिए ये बड़ी खास और अहम वीडियो है। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। अंकल जी की हाल है? अल्लाह का शुक्र है, तुम सुनाओ। अल्लाह का शुक्र। सब तो पहले अपना नाम दस दियो। मेरा नाम जुल्फकार अली। ਇਹ ਜ਼ੁਲਫਕਾਰ ਸਾਹਿਬ ਕਿੰਨੇ ਸਾਲ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ ਪਏ? ਇਹ ਕੋ ਸਾਲ ਦੋ ਇਸ ਤੋਂ ਪਹਿਲੇ ਮੁਰਗੀ ਖਾਨਾ ਸੀ? ਇਹ ਪਹਿਲੇ ਪੋਲਟਰੀ ਫਾਰਮ। ਅੱਛਾ, ਕੀ ਵਜ੍ਹਾ ਬਣੀ ਕਿ ਤੁਸੀਂ ਪੋਲਟਰੀ ਫਾਰਮ ਛੱਡ ਕੇ ਜਾਨਵਰਾਂ ਦੇ ਕਾਰੋਬਾਰ ਵੱਲ ਆ ਗਏ ਹੋ? ਇਹ ਸਹੀ ਲੱਗਾ, ਜ਼ਿਮੀਂਦਾਰ ਬੰਦੇ ਸੀ ਤੇ ਸਾਨੂੰ ਸਹੀ ਲੱਗਾ। ਚਲੋ ਇਹ ਜ਼ਿਮੀਂਦਾਰ ਦੇ ਨਾਲ ਨਾਲ ਕੰਮ ਚੱਲਦਾ, ਉਹਦੇ ਚ ਨਹੀਂ ਮਜ਼ਾ ਆਇਆ, ਕੋਈ ਹਾਲਾਤ ਖਰਾਬ ਹੋ ਗਏ। ਅੱਛਾ, ਇਹ ਫਾਰਮ ਦੇ ਤੋਂ ਫਿਰ ਛੱਡ ਛੜੇ ਠੀਕ ਹੋ ਗਿਆ। ਯਾਨੀ ਕਿ ਤੁਹਾਨੂੰ ਜਾਨਵਰਾਂ ਦੇ ਕੰਮ 'ਚ ਮਜ਼ਾ ਆ ਰਿਹਾ ਹੈ। ਜਿਹੜੇ ਜਾਨਵਰ ਰੱਖੇ ਜੇ ਕਿਹੜੀ ਨਸਲ ਦੇ ਜੇ? ਇਹ ਨੀਲੀ ਦੇ ਜ਼ਿਆਦਾ ਨੀਲੀ ਦੇ ਨੇ। ਆਮ ਬੰਦੇ ਨੂੰ ਕਿੰਜ ਪਤਾ ਲੱਗੇਦਾ ਕਿ ਆ ਜਿਹੜੀ ਮੈਂ ਵੇ ਇਹ ਨੀਲੀ ਦੀ ਹੈ? ਉਹਦਾ ਬਹਾਨੇ ਦਾ ਰੁੱਖ ਜਿਹੜਾ ਨਾ ਉਹ ਪਿਛਾਂ ਨੂੰ ਜ਼ਿਆਦਾ ਹੋਏਗਾ, ਬੂਥੀ ਸੋਹਣੀ ਹੋਏਗੀ, ਉਹਦੀ ਸਿੰਘ ਕੁੰਡੇ ਹੋਣਗੇ, ਸੋਹਣੀ ਜ਼ਿਆਦਾ ਹੋਏਗੀ। ਅੱਜ ਕੱਲ ਸੁਣਿਆ ਕਿ ਸਿਆਲਕੋਟ ਤੋਂ ਜਾਂ ਦੂਸਰੇ ਇਲਾਕਿਆਂ ਚੋਂ ਜਿਹੜੀਆਂ ਮੱਝਾਂ ਨੇ ਉਧਰ ਨੀਲੀ ਸਾਹੀਵਾਲ ਚਲੀਆਂ ਜਾਂਦੀਆਂ ਨੇ, ਉਹ ਤਿਆਰ ਕਰਕੇ ਵਨ ਲਵਾ ਕੇ ਫਿਰ ਇੱਧਰ ਭੇਜਦੇ ਨੇ। ਤੁਹਾਡੇ ਖਿਆਲ ਨਾਲ ਨੀਲੀ ਦੀ ਪਿਓਰ ਮੱਝ ਲੱਭ ਜਾਂਦੀ ਹੈ ਕਿ ਮਿਕਸ ਹੀ ਲੱਭਦੀ ਹੈ ਵੀ ਕ੍ਰਾਸ ਹੋਈ? ਕ੍ਰਾਸ ਹੋਈ ਜ਼ਿਆਦਾਤਰ, ਜੇ ਅਸਲੀ ਗੱਲ ਪੁੱਛੋ ਕ੍ਰਾਸ ਹੋਈ। ਇਹ ਜਾ ਜਾਂਦੇ ਹੈ ਤੇ ਸੁਣਨੇ ਅਸੀਂ ਵੀ ਪਈ ਅੱਗੋਂ ਅੱਲਾਹ ਵਾਲਮ। ਅੱਛਾ, ਲੇਕਿਨ ਫਰਕ ਹੈ ਜਿਹੜਾ ਨੀਲੀ ਦੀ ਜੂਹ ਨਾਲ ਕੋਈ ਅਸਰ ਪੈ ਜਾਂਦਾ ਜਾਂ ਕੀ ਹਿਸਾਬ ਬਣਦਾ, ਲੇਕਿਨ ਨੀਲੀ ਦੀ ਫਿਰ ਵੀ ਮੈਂ ਨੀਲੀ ਦੀ ਇੱਥੋਂ ਦੀ ਜੰਪਾਲ ਨਹੀਂ ਉਹ ਕੰਮ ਕਰਦਾ। ਯਾਨੀ ਕਿ ਜਿਹੜੀ ਨੀਲੀ ਦੀ ਹੈ ਚਾਹੇ ਉਹ ਕ੍ਰਾਸ ਹੋਈ ਹੈ ਉਹ ਮੈਂ ਯਾਨੀ ਤੁਹਾਡੇ ਆਪਣੇ ਇਲਾਕੇ ਤੋਂ ਬਿਹਤਰ ਹੈ? ਹਾਂ, ਸਾਡੇ ਇਲਾਕੇ ਨੂੰ ਬਿਹਤਰ। ਨੀਲੀ ਦੀ ਚੰਗੀ ਮੈਂ ਕਿੰਨਾ ਦੁੱਧ ਦਿੰਦੀ ਜੇ? ਇਹ ਮੇਰੇ ਕੋਲ ਤੇ ਤਕਰੀਬਨ ਐਵੇਂ ਪਿਆ ਬੰਦਾ ਠੰਡਾ ਕੀਤਾ ਦੁੱਧ 13-14 ਸਿਰ ਤੇ ਜਾਂਦੀ ਪਈ। ਜ਼ਿਆਦਾ ਤੋਂ ਜ਼ਿਆਦਾ? ਜ਼ਿਆਦਾ ਇਹ ਜਿਹੜੀ 13-14 ਸਿਰ ਮੈਂ ਦੁੱਧ ਦਿੰਦੀ ਕਿੰਨੇ ਦੀ ਮਿਲ ਜਾਂਦੀ ਹੈ? ਇਹ 2.5 ਦੀ ਹੈ। 2.5 ਲੱਖ ਦੀ? ਕਿੱਥੋਂ ਖਰੀਦਦੇ ਹੋ ਪਏ? ਇੱਥੋਂ ਕਿਤੇ ਆਪਣੇ ਇਲਾਕੇ 'ਚ ਜਿਹੜੇ ਡੇਰੇ ਬਣੇ ਨੇ ਉੱਥੋਂ? ਨਹੀਂ, ਉਹ ਇਹ ਹੁੰਦਾ ਨਾ ਵਪਾਰੀ ਹੁੰਦੇ ਨੇ, ਉਹ ਜਾਂਦੇ ਨੇ ਉੱਧਰ, ਉਹ ਲੈ ਕੇ ਹੁੰਦੇ ਨੇ ਮਸਲ ਡੰਗਰ ਜੀ, ਉੱਥੋਂ ਵੇਖ ਕੇ ਪਛਾਣ ਕੇ ਫਿਰ ਲੈ ਹੀ ਦੇਣਾ। ਤੁਸੀਂ ਵਪਾਰੀਆਂ ਕੋਲ ਲੈਂਦੇ ਹੋ ਆਪਣੇ ਇਲਾਕੇ 'ਚੋਂ? ਹਾਂ, ਆਪਣੇ। ਜਦੋਂ ਤੁਸੀਂ ਮੈਂ ਲੈਣ ਜਾਂਦੇ ਹੋ, ਮੈਂ ਦੀਆਂ ਕਿਹੜੀਆਂ ਚੀਜ਼ਾਂ ਜਾਂ ਖੂਬੀਆਂ ਵੇਖ ਕੇ ਮੈਂ ਖਰੀਦਦੇ ਆ? ਉਹਦੇ 'ਚ ਇਹ ਹੁੰਦਾ ਉਹਦੀ ਚਮੜੀ 'ਚ ਫਰਕ ਹੁੰਦਾ ਜਿਹੜਾ ਚਮੜੀ ਜਿਹੜੀ ਪਿੱਛੋਂ ਬਿਲਕੁਲ ਪਤਲੀ ਹੁੰਦੀ ਹੈ। ਅੱਛਾ। ਉਛਲ ਦੁੰਬ ਜਿਹੜੀ ਉਹਦੀ ਪਤਲੀ ਹੋਏਗੀ, ਉਹਨੂੰ ਇਕੱਠੀ ਕਰੋ, ਮਿੰਟ ਇਕੱਠੀ ਹੋਏਗੀ। ਯਾਨੀ ਜਿਹੜੀ ਪਤਲੀ ਚਮੜੀ ਵਾਲੀ ਮੈਂ ਵੀ ਤੁਸੀਂ ਉਹਨੂੰ ਪਸੰਦ ਕਰਦੇ ਹੋ? ਪਸੰਦ ਕਰਨੀ। ਜ਼ਬਰਦਸਤ ਹੋ ਗਿਆ। ਤੇ 1 ਸਾਲ ਹੋ ਗਿਆ ਕੰਮ ਕਰਦੇ ਆ? ਨਹੀਂ, 2 ਸਾਲ। 2 ਸਾਲ ਮੁਤਮਿਨ ਹੋਇਆ ਕੰਮ ਤੋਂ? ਅਲਹਮਦੁਲਿਲਾ, ਸ਼ੁਕਰ ਹੈ ਅੱਲਾਹ ਦਾ। ਮੁਸਤਕਬਲ ਵਿੱਚ ਕੰਮ ਵਧਾਓ ਦੇ ਕਿ ਘਟਾਓ ਦੇ? ਕੋਸ਼ਿਸ਼ ਤੇ ਕਰਾਂਗੇ ਵਧਾਉਣ ਦੀ, ਹੁਣ ਅੱਗੋਂ ਵੇਖੋ ਜੋ ਨਸੀਬਾਂ ਦੀ ਗੱਲ ਹੈ ਜੀ। ਅੱਲਾਹ ਪਾਕ ਕਰਮ ਕਰੇ। ਸਰ ਇਹ ਦੱਸੋ ਕਿ ਤੁਹਾਡੇ ਕੋਲ ਇਸ ਟਾਈਮ ਕਿੰਨੇ ਜਾਨਵਰ ਨੇ? ਮੇਰੇ ਕੋਲ 6 ਮਈਆਂ ਨੇ, ਕੋਈ ਜਾ ਨੇ 5 6 ਮਈਆਂ ਨੇ। 6 ਮਈਆਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ? 2.5 ਕਿੱਲੇ। 2.5 ਕਿੱਲੇ ਕਾਫੀ ਨੇ? ਜ਼ਮੀਨ ਆਪਣੀ ਕਿ ਠੇਕੇ ਤੇ ਵੇ? ਨਹੀਂ, ਆਪਣੀ। ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਰੂਟੀਨ ਦੱਸਣੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਤੇ ਚੁਆਈ ਕਿਸ ਟਾਈਮ ਕਰਦੇ ਹੋ? ਮੈਂ ਸਵੇਰ ਸੂਰਜ ਚੜ੍ਹੇ ਨਾਲ ਚੁਆਈ ਕਰਨਾ ਵਾ। ਸਹੀ ਹੈ ਜੀ। ਉਸ ਤੋਂ ਬਾਅਦ ਇਹਨਾਂ ਪਾਣੀ ਛਾਣੀ ਡਾਣਾ ਜਿਹੜਾ ਤੇ ਲਾਂਬੇ ਬੰਨ ਦੇਣੇ ਤੇ 12 ਵਜੇ ਆ ਕੇ ਤੇ ਫਿਰ ਪੱਠੇ ਪਾ ਦੇਣੇ। ਸਵੇਰ ਪੱਠੇ ਕਿਸ ਟਾਈਮ ਪਾਉਂਦੇ ਹੋ? ਸਵੇਰ ਲੋਪ ਲੱਗੀ ਨਾ ਜਿਹੜੇ ਪੱਠੇ ਪਾ ਦੇਣੇ। ਯਾਨੀ ਚੁਆਈ ਉਸ ਤੋਂ ਬਾਅਦ ਕਰਦੇ ਹੋ? ਉਸ ਤੋਂ ਬਾਅਦ ਚੁਆਈ ਕਰ। ਠੀਕ ਹੈ। ਫਿਰ 12 ਵਜੇ? ਫਿਰ 12 ਵਜੇ ਆ ਕੇ ਤੇ ਜਿਵੇਂ ਹੁਣ ਰੀਨਾ ਪਾਏ ਨੇ ਪੱਠੇ ਜੀ, ਪੱਠੇ ਪਾ ਨਾਲ ਇਹਨੂੰ ਵੰਡਾ ਪਾ ਦੇਣਾ। ਤੇ ਸ਼ਾਮੀ ਕਿਉਂ ਪਾਉਂਦੇ ਹੋ ਪੱਠੇ? ਨਹੀਂ, ਸ਼ਾਮੀ ਫਿਰ ਪੱਠੇ ਪਾ ਕੇ ਪਾਣੀ ਛਾਣੀ ਡਾਹ ਕੇ ਚੁਆਈ ਕਰਕੇ ਫਿਰ ਲਾਂਬੇ ਸਾਈਡ ਤੇ ਬੰਨ ਦੇ। ਇਹ ਜਿਹੜਾ ਵੰਡਾ ਹੈ ਉਹ ਕਿਹੜਾ ਖਿਲਾ ਰਹੇ ਹੋ? ਆਪ ਹੀ ਕੋਈ ਤਿਆਰ ਕੀਤਾ ਜਾਂ ਕਿਸੇ ਕੰਪਨੀ ਦਾ? ਨਹੀਂ, ਕਿਸੇ ਵੀ ਕੰਪਨੀ ਦਾ ਨਹੀਂ। ਦੇਸੀ ਲੈ ਕੇ ਨਾ ਕਣਕ ਤੇ ਆਪਣਾ ਕਰਾ ਮਿਲਦਾ, ਚੋਖਰ ਮਿਲਦਾ ਜੀ, ਬੜੇ ਐਵੇਂ ਦੀ ਖਾਲ ਮਿਲਦੀ
ਇਹ ਲੈ ਕੇ ਤੇ ਪਾਈ, ਇਹ 3-4 ਲਾ ਕੇ ਤੇ ਭਿਉਂ ਦਿੰਦੀਆਂ ਸਵੇਰ ਨੂੰ ਜੀ, 12 ਵਜੇ ਆ ਕੇ ਪਾ ਦਿੰਦੀਆਂ ਭੇ ਕੇ ਪਾਉਂਦੇ ਹੋ? ਭੇ ਕੇ। ਇਹ ਚਾਰੇ ਦੇ ਉੱਤੇ ਪਾਉਂਦੇ ਹੋ ਕਿ ਲੈਦਾ? ਨਹੀਂ, ਉੱਤੇ ਪਾਉਂਦੇ ਆ। ਇਹ ਇੱਕ ਮੈਂ ਨੂੰ ਰੋਜ਼ਾਨਾ ਦਾ ਕਿੰਨਾ ਤਕਰੀਬਨ ਕੋਈ 3 ਕਿਲੋ ਬਣ ਜਾਂਦਾ ਜੀ। ਇੱਕ ਟਾਈਮ ਦਿੰਦੇ ਹੋ ਕਿ 2 ਟਾਈਮ? ਨਹੀਂ, ਇੱਕ ਟਾਈਮ 3 ਕਿਲੋ। ਹਾਂ। ਜਿਹੜਾ ਸਬਜ਼ ਚਾਰਾ ਹੈ, ਇੱਕ ਮੈਂ ਜਿਹੜੀ ਵੱਡੀ ਮੈਂ ਵੇ ਕਿੰਨਾ ਖਾਈ ਜਾਂਦੀ ਹੈ ਰੋਜ਼ਾਨਾ ਦਾ? ਉਹ ਤਾਂ ਮੈਂ ਮੰਨਦੇ ਆ ਲਗਭਗ ਖਾ ਜਾਂਦੀ ਹੈ। ਤੇ ਤੂੜੀ? ਤੂੜੀ ਵੀ 5-4 ਕਿਲੋ ਨਾਲ ਖਾ ਜਾਂਦੀ। ਯਾਨੀ ਤੂੜੀ ਕਮ ਖਾਂਦੇ ਨੇ, ਤੂੜੀ 4-5 ਕਿਲੋ, ਤੇ ਜਿਹੜਾ ਸਬਜ਼ ਚਾਰਾ ਮਨ ਦੇ ਕਰੀਬ। ਜੇ ਅਗਰ ਇਹਨੂੰ ਤੂੜੀ ਜ਼ਿਆਦਾ ਖਾਣੀ ਤੇ ਉਹਨੇ ਚਾਰਾ ਘੱਟ ਖਾ ਜਾਣਾ ਉਹਨਾਂ ਨੇ। ਠੀਕ ਹੈ, ਉਹਨਾਂ ਉਧਰੋਂ ਘਟਾ ਜਾਏਗੀ। ਅਗਰ ਚਾਰਾ ਜ਼ਿਆਦਾ ਤੇ ਫਿਰ ਉਹ ਚਾਰਾ ਹੀ ਜ਼ਿਆਦਾ ਪਾਣਾ, ਤੇ ਜੇ ਅਗਰ ਤੂੜੀ ਜ਼ਿਆਦਾ ਚਾਰਾ ਘੱਟ ਹੈ ਫਿਰ ਤੂੜੀ ਵੱਧ ਪਾਣੀ ਹੈ। ਠੀਕ ਹੋ ਗਿਆ। ਰੋਜ਼ਾਨਾ ਦਾ ਇੱਕ ਮੈਂ ਤੇ ਕਿੰਨਾ ਖਰਚਾ ਆਈ ਜਾਂਦਾ? ਤੁਸੀਂ ਉਹਨੂੰ ਤੂੜੀ, ਵੰਡਾ, ਸਬਜ਼ ਚਾਰਾ ਪਾਉਂਦੇ ਹੋ, ਇੱਕ ਮੈਂ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆਈ ਜਾਂਦਾ? ਇਹ ਹੁਣ ਇਹ ਸਾਡਾ ਤੇ ਹੁਣ ਘਰ ਦਾ ਹੀ ਨਹੀਂ, ਤੇ ਆਪਣਾ ਇਹ ਕੋਈ ਹਿਸਾਬ ਤੇ ਨਹੀਂ ਰੱਖਿਆ। ਅੱਛਾ। ਜਿਵੇਂ ਅੰਦਾਜ਼ਾ ਲਾ ਲਓ ਤੁਸੀਂ, ਜਿਹੜਾ ਵੰਡਾ ਜਿਹੜਾ ਨੇ ਕੋਈ ਆਪਣਾ 20,000 ਦੇ 3 ਮਹੀਆਂ ਖਾ ਜਾਂਦੀ ਮਹੀਨੇ ਦਾ? ਮਹੀਨੇ ਦਾ। ਇਹ 20,000 ਦਾ 3 ਮਹੀਆਂ? ਹਾਂ। ਠੀਕ ਹੈ, ਯਾਨੀ ਇੱਕ ਮੈਂ ਤਕਰੀਬਨ 7,000 ਦਾ ਮਹੀਨੇ ਦਾ ਖਾਂਦੀ ਹੈ। ਰੋਜ਼ਾਨਾ ਦਾ 200-250 ਦਾ ਵੰਡਾ ਖਾਂਦੀ ਹੈ ਵੀ ਇੱਕ ਮੈਂ। ਤੇ ਚਾਰਾ ਵਗੈਰਾ ਕੋਈ 400 ਖਰਚਾ ਆਈ ਜਾਂਦਾ? ਕਿੰਨਾ ਮੁਮਕਨ ਆ ਜਾਂਦਾ ਜੀ। ਯਾਨੀ ਜ਼ਮੀਨ ਤੁਹਾਡੀ ਆਪਣੀ, ਅਗਰ ਜ਼ਮੀਨ ਆਪਣੀ ਨਾ ਹੋਏ ਫਿਰ ਖਰਚਾ ਵਧੇਗਾ? ਵਧੇਗਾ, ਸਾਰੀ ਗੱਲ ਵਧੇਗਾ। ਇਹ ਜਿਹੜੀ ਮੈਂ 400-500 ਖਰਚਾ ਕਰਾਂਦੀ ਏ, ਉਹ ਕਿੰਨਾ ਕੁ ਦੁੱਧ ਦਿਹਾੜਦੀ ਹੈ? ਉਹ ਨਸਲਾਂ ਤੇ ਫਰਕ ਹੁੰਦਾ। ਜਿਹੜੇ ਨਸਲਾਂ ਹੁਣ ਜਿਹੜੀਆਂ ਚੰਗੀਆਂ ਨੇ ਉਹਨਾਂ ਸਾਰੀ ਗੱਲ ਦੁੱਧ ਜ਼ਿਆਦਾ ਦੇਣਾ। ਜਿਹੜਾ ਅੱਛਾ। ਜਿਹੜੀ ਨਸਲ ਹੌਲੀ, ਹੁਣ ਮੇਰੇ ਕੋਲ ਇੱਕ ਉਹ ਝੋਟੀ ਹੈ ਪਰ ਉਹ ਜਦ ਸੂਈ ਉਹ 3 ਕਿਲੋ ਟਾਈਮ ਦਾ ਦੁੱਧ ਦਿੰਦੀ ਰਹੀ। ਤੂੰ ਕਿੰਨਾ ਦਿੰਦੀ? ਹੁਣ ਤਾਂ ਸੂਣ ਵਾਲੀ ਹੈ ਨਾ ਅੱਗੋਂ। ਠੀਕ ਹੈ। ਫਿਰ ਅੱਗੋਂ ਹੁਣ ਵੇਖੋ ਕੀ ਕਰਦੀ ਹੈ। ਆਪਣੇ ਨੂੰ ਨਸਲੀ ਵੇਖ ਕੇ ਲਿਆਂਦੀ ਹੈ। ਹੁਣ ਉਹ ਕੀ ਪਤਾ ਲੱਗਦਾ ਅੱਗੋਂ ਨਹੀਂ ਖੁੱਲਦੀ ਮੱਝ ਇੰਨੀ ਜੀ। ਕਈ ਜਿਹੜੀਆਂ ਖੁੱਲ ਜਾਂਦੀਆਂ ਜ਼ਿਆਦਾ, ਦੂਜੀਆਂ ਜਿਹੜੀਆਂ ਹੁਣ 6-7 ਕਿਲੋ ਟਾਈਮ ਦਾ ਦੇਣ ਦੀ। ਠੀਕ ਹੈ। ਇਸ ਟਾਈਮ ਕਿੰਨੇ ਜਾਨਵਰ ਦੁੱਧ ਦਿੰਦੇ ਜਿਵੇਂ? ਇਸ ਟਾਈਮ 3 ਦਿੰਦੇ ਪਏ। 3 ਸੱਜਰੇ ਨੇ, ਇੱਕ ਕਾਂਗੜੀ ਹੈ। 3 ਜਾਨਵਰਾਂ ਦਾ ਕਿੰਨਾ ਦੁੱਧ ਹੋ ਜਾਂਦਾ? ਉਹਨਾਂ ਦਾ ਤਕਰੀਬਨ ਹੋ ਜਾਂਦਾ ਕੋਈ 14 ਸਿਰ ਦੁੱਧ ਹੀ ਦਿੰਦਾ। 14 ਸਿਰ ਘਰ ਦਾ ਇੱਕ ਟਾਈਮ ਦਾ? 2 ਟਾਈਮਾਂ ਦਾ। 2 ਟਾਈਮਾਂ ਦਾ। ਠੀਕ ਹੈ। ਤੁਹਾਡਾ ਮੈਂ ਇੱਕ ਸਰ ਵੇਖੀਏ ਹਾਸ ਗੱਲ ਹੈ ਕਿ ਤੁਸੀਂ ਹਲੇ ਤਕਰੀਬਨ 2 ਸਾਲ ਹੋਏ ਨੇ, ਤੁਸੀਂ ਥੋੜੇ ਜਾਨਵਰ ਰੱਖੇ ਨੇ, ਯਾਨੀ ਥੋੜੇ ਜਾਨਵਰਾਂ ਤੋਂ ਸਟਾਰਟ ਲਿਆ। ਹਾਂਜੀ। ਤੁਹਾਡਾ ਕੀ ਖਿਆਲ ਹੈ, ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਹ ਕਿੰਨੇ ਕੁ ਜਾਨਵਰਾਂ ਤੋਂ ਸਟਾਰਟ ਲੇ ਤੇ ਬਿਹਤਰ ਇਹਦਾ? ਉਹ ਜੇ ਬੰਦੇ ਜੀਆਂ ਦੇ ਹਿਸਾਬ ਨਾਲ ਇੱਕ ਬੰਦੇ ਵਾਸਤੇ 5-6 ਡੰਗਰ ਬਹੁਤ ਜ਼ਿਆਦਾ ਨੇ। ਜਿੰਨੀ ਜ਼ਿਆਦਾ ਕਰੇਗਾ ਉਨੀ ਸੇਵਾ ਨਹੀਂ ਹੋਏਗੀ। ਅਗਰ ਸਾਂਭ ਨਹੀਂ ਹੋਣੀ ਤਾਂ ਉਹਦਾ ਫਾਇਦਾ ਕੀ ਹੈ? ਇਹ ਤੁਸੀਂ ਖੁਦ ਸੰਭਾਲਦੇ ਹੋ? ਆਪ ਸੰਭਾਲਦੇ। ਇਹ ਜਿਹੜੇ ਛੋਟੇ ਜਾ ਨਜ਼ਰ ਆ ਰਹੇ ਨੇ, ਇਹਨਾਂ ਨੂੰ ਆਪ ਹੀ ਪਾਲ ਕੇ ਤਿਆਰ ਕਰਦੇ ਹੋ ਜਾਂ ਛੋਟੇ ਜਦੋਂ ਹੁੰਦੇ ਨੇ ਉਦੋਂ ਸੇਲ ਕਰ ਦਿੰਦੇ ਹੋ? ਨਹੀਂ, ਤਿਆਰ ਕਰਦੇ ਹੋ। ਤਿਆਰ ਕਰਨ 'ਚ ਫਾਇਦਾ ਹੈ? ਤਿਆਰ ਕਰਨ 'ਚ ਫਾਇਦਾ ਨਾ। ਨਾਲ ਹੀ ਇੰਜੀ ਜਿਹੜਾ ਪਾਇਆ ਇਹਨੇ ਪੱਠੇ ਨਾਲ ਇਹ ਉਧਰੋਂ ਹੀ ਇੱਧਰ ਕਰਕੇ ਤੇ ਇਹਨਾਂ ਨੇ ਖਾ ਖੂ ਕੇ ਰੱਜ ਲੈਣਾ। ਅੱਛਾ। ਜਾਨੀ ਉਹ ਜਿਹੜੇ ਵੱਡੇ ਜਾਨਵਰਾਂ ਪੱਠੇ ਛੱਡਣੇ ਨੇ, ਤੁਸੀਂ ਇਹਨਾਂ ਨੂੰ ਪਹਾੜਨੇ ਨੇ? ਇੱਧਰ ਕਰ ਛੱਡਣੇ, ਇਹਨਾਂ ਖਾ ਖੂ ਕੇ ਰੱਜ ਲੈਣਾ। ਨਹੀਂ ਹੋਣਾ ਬਚਾਇਆ ਤੇ ਫਿਰ ਹੋਰ ਨਵੇਂ ਪਾ ਦੇਣੇ। 2 ਸਾਲਾਂ ਤਜਰਬੇ ਵਿੱਚ ਤੁਹਾਡੇ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਆਈ ਹੈ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਅਜੇ ਤੱਕ ਤੇ ਕੋਈ ਵੀ ਨਹੀਂ ਆਈ। ਚਲੋ ਅੱਲਾ ਪਾਕ ਕੋਈ ਸਰ ਬਚਾਏ। ਅੱਲਾ ਦਾ ਸ਼ੁਕਰ ਹੈ। ਜਦੋਂ ਮੌਸਮ ਚੇਂਜ ਹੁੰਦਾ, ਜਿਵੇਂ ਹੁਣ ਗਰਮੀ ਜਾ ਰਹੀ ਹੈ, ਸਰਦੀ ਆ ਰਹੀ ਹੈ, ਕਹਿੰਦੇ ਜੋ ਮੌਸਮ ਚੇਂਜ ਹੁੰਦਾ ਉਦੋਂ ਜਾਨਵਰਾਂ ਨੂੰ ਕੋਈ ਬਿਮਾਰੀ ਹੁੰਦੀ ਹੈ? ਨਹੀਂ, ਅਜੇ ਤੇ ਕੋਈ ਨਹੀਂ, ਅੱਲਾ ਦੀ ਰਹਿਮਤ। ਕੋਈ ਵੈਕਸੀਨ ਕਰਾ ਲੈਂਦੇ ਹੋ? ਵੈਕਸੀਨ ਆਏ ਹਨ ਸਾਡੇ ਪਿੱਛੇ ਉਪਰਾਂ ਕਰਨਾ। ਅੱਛਾ। ਮੈਂ ਇੱਥੇ ਨਹੀਂ ਕਰਕੇ ਗਏ। ਸਰਕਾਰੀ ਹੁੰਦੇ ਨੇ? ਸਰਕਾਰੀ ਹੁੰਦੇ ਨੇ। ਠੀਕ ਹੈ। ਤੇ ਚੰਦੜੀ ਜਾਂ ਸਾੜੂ ਪਾਈਆਂ ਦਾ ਜਾਨਵਰਾਂ ਨੂੰ ਉਹਦਾ ਕੋਈ ਦੇਸੀ ਇਲਾਜ ਕਰਦੇ ਹੋ? ਨਹੀਂ ਪਿਆ ਨਹੀਂ, ਲੇਕਿਨ ਇਹ ਵੀ ਕੋ ਇਹ ਦੇਸੀ ਇਲਾਜ ਤੇ ਹੀ ਉਹਨੂੰ ਉਹ ਦਿੰਦੇ, ਥੋਮ, ਅਦਰਕ, ਇਹ ਚੀਜ਼ਾਂ ਦੇ ਦੀਆਂ ਉਹਨੂੰ, ਉਹ ਸਹੀ ਹੋ ਜਾਂਦਾ। ਕੋਈ ਥੋੜਾ ਬਹੁਤਾ ਅਗਰ ਥੋੜਾ ਬਹੁਤਾ ਰਹਿ ਵੀ ਜਾਏ ਫਰਕ, ਤੇ ਫਿਰ ਜਦੋਂ ਤਿਆਰ ਹੁੰਦੀ ਉਹਨੂੰ ਨਿੰਬੂ ਤੇ ਟਾਟਰੀ ਤੇ ਉਹ ਇੱਕ ਹੋਰ ਕਸਟਰੈਲ ਕਰਕੇ ਆਉਂਦੇ ਨੇ, ਉਹ ਵਿੱਚ ਨਿੰਬੂਆਂ 'ਚ ਪਾ ਕੇ ਤੇ ਵਿੱਚ ਕੋਈ ਚੀਨੀ ਪਾ ਕੇ ਉਹ ਦਿਓ। ਫਿਰ ਅੱਲਾ ਕੀਤਾ ਅੱਗੋਂ ਤਿਆਰ ਹੋਏ ਤੇ ਫਿਰ ਬਿਹਤਰ ਹੋ ਜਾਂਦਾ। ਜ਼ਬਰਦਸਤ ਹੋ ਗਿਆ। ਤੁਸੀਂ ਮਾਸ਼ਾਅੱਲਾ ਦੱਸਿਆ ਕਿ ਤੁਹਾਡੇ ਜਾਨਵਰਾਂ ਨੂੰ ਬਿਮਾਰੀ ਨਹੀਂ ਆਈ। ਇਹਦੀ ਵਜ੍ਹਾ ਤੁਹਾਡਾ ਕੋਈ ਪ੍ਰੋਪਰ ਮੈਨੇਜਮੈਂਟ ਹੈ, ਯਾਨੀ ਕਿ ਕੋਈ ਮਸਾਲਾ ਵਗੈਰਾ ਦਿੰਦੇ ਹੋ ਕਿ ਅੱਲਾ ਦੀ ਤਰਫੋਂ ਹੀ ਨਹੀਂ ਆਈ? ਨਹੀਂ, ਅੱਲਾ ਦੀ ਤਰਫੋਂ ਨਹੀਂ ਆਈ। ਮਸਾਲਾ ਤੇ ਚਲੋ ਜੋ ਰੂਟੀਨ ਦੇ ਮੁਤਾਬਕ ਜਿਹੜਾ ਜਿਵੇਂ ਮੌਸਮ ਚੇਂਜ ਹੋਣ ਡਿਆ, ਹੁਣ ਮਿਰਚਾਂ ਤੇ ਹਰੀਆਂ ਮਿਰਚਾਂ ਤੇ ਅਦਰਕ ਜਿਹੜਾ ਉਹਨਾਂ ਨੂੰ 25-27 ਦਿਨ ਲੂਣ ਸ਼ੂਣ ਦੇਣੇ ਪੈਂਦਾ। ਆਮ ਰੂਟੀਨ 'ਚ ਦਿੰਦੇ ਹੋ? ਆਮ ਰੂਟੀਨ ਦਿੰਦੇ ਆ। ਠੀਕ ਹੈ। ਅੰਨੇ ਜਾਨਵਰਾਂ ਨੂੰ ਇਕੱਲੇ ਸੰਭਾਲਦੇ ਹੋ ਕਿ ਕੋਈ ਮੁਲਾਜ਼ਮ ਵੀ ਰੱਖਿਆ ਅੱਜ? ਨਹੀਂ, ਇਕੱਲੇ ਸੰਭਾਲ। ਇਕੱਲੇ ਸੰਭਾਲ ਲੈਂਦੇ ਹੁੰਦੇ ਇਹਨੂੰ? ਮੁਸ਼ਕਿਲ ਕੋਈ ਨਹੀਂ ਹੁੰਦੀ? ਨਹੀਂ, ਕੋਈ ਮੁਸ਼ਕਿਲ। ਠੀਕ ਹੈ। ਅਗਰ ਕੋਈ ਬੰਦਾ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ, ਖੁਦ ਕਰੇ ਜਾਂ ਮੁਲਾਜ਼ਮ ਰੱਖੇ? ਨਹੀਂ, ਖੁਦ ਮੁਲਾਜ਼ਮ ਤੇ ਜਿਹੜਾ ਕੰਮ ਖੁਦ ਕਰ ਲੈਣਾ, ਮੁਲਾਜ਼ਮ ਤੇ ਨਹੀਂ ਕਰ ਸਕਦਾ।
जी ਮੁਲਾਜ਼ਮ ਨਹੀਂ ਕਰਦੇ, ਜੇ ਮੁਲਾਜ਼ਮ ਦੇ ਸਿਰ ਤੇ ਵੀ ਰਹੋ ਫਿਰ ਵੀ ਉਹ ਗੱਲ ਨਹੀਂ, ਜਿਹੜਾ ਜੋ ਆਪ ਕਰ ਲੈਣਾ ਹੱਥੀਂ ਉਹ ਨਾਲ ਦੀ ਗੱਲ ਕੋਈ ਨਹੀਂ। ਇਹ ਜਿਹੜਾ ਤੁਹਾਡਾ ਸ਼ੈੱਡ ਇਹਦੀ ਕਿੰਨੀ ਲੰਬਾਈ ਹੈ? ਇਹ ਕੋਈ ਮੇਰੇ ਖਿਆਲ 80 ਕੁ ਫੁੱਟ ਹੈ। 80 ਫੁੱਟ 150 ਫੁੱਟ ਲੰਮਾ ਹੈ। ਇੱਕ 90 ਕੁ ਫੁੱਟ 90 ਫੁੱਟ ਲੰਬਾਈ ਹੈ ਲੰਬਾਈ 90 ਤੇ ਚੌੜਾਈ 3 ਫੁੱਟ 3 ਫੁੱਟ ਚੌੜਾਈ 90 ਫੁੱਟ ਲੰਬਾਈ। ਤੂੜੀ ਵੀ ਤੁਸੀਂ ਅੰਦਰ ਹੀ ਸਟਾਕ ਕੀਤੀ ਹੈ ਇਹਦੇ? ਤੂੜੀ ਵੀ ਅੰਦਰ ਹੀ, ਟੋਕਾ ਵੀ ਅੰਦਰ ਹੀ, ਇਹਨਾਂ ਨੂੰ ਵੀ ਸਿਆਲ ਆ ਗਿਆ ਤਰਪਾਲ ਲਾ ਕੇ ਇੱਥੇ ਅੰਦਰ ਹੀ ਕਰ ਦਿੰਦੇ। ਤੇ ਇਹਦੇ ਵਿੱਚ ਕਿੰਨੇ ਜਾਨਵਰ ਆ ਜਾਂਦੇ ਜੇ ਸਕੂਨ ਨਾਲ? ਇਹਦੇ ਵਿੱਚ ਤਕਰੀਬਨ ਇੰਨੇ ਹੀ ਹੁੰਦੇ ਨੇ ਇਸੇ ਸਾਈਡ ਤੇ। ਅੱਛਾ, ਨਹੀਂ ਉਹ ਜਿਹੜੀ ਸਾਹਮਣੇ ਸਾਈਡ ਓਪਨ ਨੇ ਉਧਰ ਵੀ ਤੇ ਜਾਨਵਰ ਕਾਫੀ ਆ ਸਕਦੇ? ਜਾਨਵਰ ਆਉਂਦੇ ਨੇ, ਸਿਆਲ ਸਰਦੀ ਆ ਜਾਣੀ ਜ਼ਿਆਦਾ, ਉੱਥੇ ਤੇ ਨਹੀਂ, ਉੱਥੇ ਤੇ ਸਿਰਫ ਗਰਮੀਆਂ ਨੂੰ ਬਾਈਦੇ, ਗਰਮੀਆਂ 'ਚ ਸ਼ਾਮ ਵਾਸਤੇ ਬਾਈਦੇ, ਤੇ ਸਰਦੀਆਂ 'ਚ ਤਰਪਾਲਾਂ ਸੁੱਟ ਲੈਂਦੇ ਸਾਈਡਾਂ ਤੇ? ਇਹ ਤੁਸੀਂ ਜਿਹੜਾ ਸ਼ੈੱਡ ਕਿਹੜੇ ਸਾਲ ਬਣਾਇਆ ਸੀ? ਇਹ ਮੇਰੇ ਖਿਆਲ ਬਣਿਆ ਕੋਈ 2002 ਤੇ 2-3 ਕਿੰਨਾ ਖਰਚਾ ਆ ਗਿਆ ਹੈ? ਉਹਦੇ ਕੋਲ 3.5 ਲੱਖ ਆਇਆ। 3.5 ਲੱਖ? ਉਦੋਂ ਖਰਚਾ ਕੰਮ ਆਇਆ ਹੈ। ਹੁਣ ਤੇ ਅੱਧਾ ਸ਼ੈੱਡ ਬਣਾਉਣ ਵਾਸਤੇ ਮੇਰੇ ਖਿਆਲ ਕੋਈ 25-30 ਲੱਖ ਚਾਹੀਦਾ। ਇਹ 150 ਫੁੱਟ ਲੰਮਾ ਸੀ, ਉਹ ਪਰੇ ਛੱਤ ਵੇਚ ਛੜੀ, ਫਿਰ ਮੈਂ ਬਾਹਰੋਂ ਆ ਕੇ ਜਦੋਂ ਆਇਆ ਉਹ 60 ਫੁੱਟ ਜਿਹੜੀ ਉਹ ਸੇਲ ਕਰ ਦਿੱਤੀ। ਅੱਛਾ, 60 ਫੁੱਟ ਸੇਲ ਕੀਤੀ, 90 ਫੁੱਟ ਬਚ ਗਈ ਹੈ। ਜੀ ਅੰਕਲ ਜੀ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਅੱਛੀ ਗੁਫ਼ਤਗੂ ਕੀਤੀ ਹੈ ਜਨਾਬ, ਮਜ਼ਾ ਆਇਆ। ਅੱਲਾ ਹਾਫਿਜ਼।